ਹੁਣ ਅੱਗੇ ਸੁਣੋ ਸੰਗਤ ਜੀ। ਇਹ ਸੀ ਬਾਬਾ ਮੱਘਰ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਅਮੋਲਕ ਬਚਨ। ਹੁਣ ਅੱਗੇ ਕਹਿੰਦੇ ਇਹ ਜਿਹੜੀ ਖਬਰ ਸੀ ਬਾਬਾ ਮੱਘਰ ਸਿੰਘ ਸਾਹਿਬ ਜੀ ਸੱਚਖੰਡ ਜਾ ਬਰਾਜੇ ਨੇ, ਇਹ ਖਬਰ ਭਿੰਡਰਾਂ ਵਿੱਚ ਆਈ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲੇ। ਰਾਮਗੜ੍ਹ ਦੇ ਇੱਥੋਂ ਦੇ ਲੋਕ, ਦੇੜਕੇ ਦੇ ਹੋਰ ਵੀ ਜਿਹੜੇ ਲੋਕ ਸਨ, ਉਹਨਾਂ ਜਾ ਕੇ ਬਾਬਾ ਸੁੰਦਰ ਸਿੰਘ ਜੀ ਨੂੰ ਦੱਸਿਆ ਕਿ ਮਹਾਂਪੁਰਖੋ ਬਾਬਾ ਮੱਘਰ ਸਿੰਘ ਸਾਹਿਬ ਜੀ ਸੱਚਖੰਡ ਜਾ ਬਰਾਜੇ ਨੇ ਅਤੇ ਉਹਨਾਂ ਦਾ ਦੁਸਹਿਰਾ ਹੈ ਅਤੇ ਆਪ ਕਿਰਪਾ ਕਰਿਆ ਜੇ ਉਹਨਾਂ ਦੇ ਦੁਸਹਿਰੇ 'ਤੇ ਆਪ ਜੀ ਨੇ ਉੱਥੇ ਆਉਣਾ। ਜਦੋਂ ਇਹ ਖਬਰ ਦਿੱਤੀ ਹੈ ਅਤੇ ਮਹਾਂਪੁਰਖਾਂ ਦਾ ਆਪਸ ਵਿੱਚ ਬਹੁਤਾ ਹੀ ਪ੍ਰੇਮ ਸੀ। ਕਹਿੰਦੇ ਜਦੋਂ ਸੰਤਾ ਬਾਬਾ ਸੁੰਦਰ ਸਿੰਘ ਜੀ ਨੇ ਸੁਣਿਆ ਕਿ ਬਾਬਾ ਮੱਘਰ ਸਿੰਘ ਸਾਹਿਬ ਸੱਚਖੰਡ ਜਾ ਬਰਾਜੇ ਨੇ, ਉਸੇ ਸਮੇਂ ਬਾਬਾ ਸੁੰਦਰ ਸਿੰਘ ਜੀ ਬਰਾਗ ਦੇ ਵਿੱਚ ਆ ਗਏ। ਹਾਂ, ਮਨ ਦੇ ਵਿੱਚ ਉਸੇ ਸਮੇਂ ਉਪਰਾਮਤਾ ਆ ਗਈ। ਸਿੰਘਾਂ ਨੂੰ ਸੰਥਿਆ ਕਰਵਾ ਰਹੇ ਸਨ ਜਾਂ ਸੰਗਤਾਂ ਦੇ ਨਾਲ ਕੁਝ ਬਚਨ ਬਿਲਾਸ ਕਰ ਰਹੇ ਸੀ ਬਾਬਾ ਜੀ, ਬਾਬਾ ਸੁੰਦਰ ਸਿੰਘ ਜੀ। ਪਰ ਜਦੋਂ ਇਹ ਖਬਰ ਵਿੱਚੇ ਜਾ ਕੇ ਦੱਸੀ ਤੇ ਕਹਿੰਦੇ ਮਹਾਂਪੁਰਖ ਉਸੇ ਸਮੇਂ ਚੁੱਪ ਹੀ ਹੋ ਗਏ। ਕਿਸੇ ਨਾਲ ਕੋਈ ਬਚਨ ਨਹੀਂ ਕੀਤਾ। ਜਿੰਨੇ ਵੀ ਸਾਰੇ ਸਿੰਘ ਸਨ, ਸੰਗਤਾਂ ਸੀ, ਉਹਨਾਂ ਨੂੰ ਕਿਹਾ ਕਿ ਆਪ ਸਾਰੇ ਚਲੇ ਜਾਓ, ਅਸੀਂ ਕੁਝ ਸਮਾਂ ਇਕਾਂਤ ਵਿੱਚ ਜਾਣਾ ਚਾਹੁੰਦੇ ਹਾਂ। ਅਤੇ ਮਹਾਂਪੁਰਖ ਉੱਠ ਕੇ ਸੰਗਤ ਜੀ ਇਕਾਂਤ ਵਿੱਚ ਆ ਗਏ ਬਾਬਾ ਸੁੰਦਰ ਸਿੰਘ ਸਾਹਿਬ ਅਤੇ ਜਾ ਕੇ ਸਮਾਧੀ ਲਾ ਲਈ। ਮਨ ਦੇ ਵਿੱਚ ਸੰਗਤ ਜੀ ਇੱਕ ਅਖੰਡ ਸਰੂਪ ਨੂੰ ਧਿਆਉਣ ਲੱਗ ਪਏ। ਇੱਕ ਰਸ ਸੰਗਤ ਜੀ ਜੁੜ ਕੇ ਬਹਿ ਗਏ ਨੇ ਬਾਬਾ ਸੁੰਦਰ ਸਿੰਘ ਸਾਹਿਬ। ਇੱਦਾਂ ਸੰਗਤ ਜੀ ਉਹ 10 ਦਿਨ ਮਹਾਂਪੁਰਖ ਬਰਾਗ ਦੇ ਵਿੱਚ ਹੀ ਰਹੇ ਬਾਬਾ ਸੁੰਦਰ ਸਿੰਘ ਸਾਹਿਬ। ਐਸਾ ਪਿਆਰ ਸੀ ਇਹਨਾਂ ਮਹਾਂਪੁਰਖਾਂ ਦਾ ਆਪਸ ਵਿੱਚ ਹੀ। ਅਤੇ 10 ਦਿਨ ਬਰਾਗ ਵਿੱਚ ਉਪਰਾਮਤਾ ਦੇ ਵਿੱਚ ਹੀ ਰਹੇ। ਕਰਦਿਆਂ ਕਰਾਉਂਦਿਆਂ ਸੰਗਤ ਜੀ ਉਹ ਦੁਸਹਿਰੇ ਵਾਲਾ ਸਮਾਂ ਆ ਗਿਆ ਮਹਾਂਪੁਰਖਾਂ ਦਾ। ਅਤੇ ਸਾਰੀਆਂ ਜਿੰਨੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਚੱਲਿਆ, ਦੂਰ ਦਰਾਡਿਓਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਟਾਹਲੀਆਣਾ ਸਾਹਿਬ ਇਕੱਠੇ ਹੋ ਗਏ ਨੇ। ਬਾਬਾ ਸੁੰਦਰ ਸਿੰਘ ਸਾਹਿਬ ਜੀ ਵੀ ਆ ਕੇ ਟਾਹਲੀਆਣਾ ਸਾਹਿਬ ਟਿਕੇ। ਉੱਥੇ ਜੋ ਗੁਰਦੁਆਰਾ ਸਾਹਿਬ ਬਾਬਾ ਮੱਘਰ ਸਿੰਘ ਸਾਹਿਬ ਜੀ ਨੇ ਬਣਵਾਇਆ ਸੀ, ਉਸ ਗੁਰਦੁਆਰੇ ਦੇ ਜਾ ਕੇ ਦਰਸ਼ਨ ਕੀਤੇ ਹਨ। ਤੇ 3 ਦਿਨ ਸੰਗਤ ਜੀ ਦੀਵਾਨ ਸਜਾਏ ਨੇ। ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਇੱਦਾਂ 3 ਦਿਨ ਬੜੇ ਵੱਡੇ ਦੀਵਾਨ ਸਜੇ। ਤੇ ਫਿਰ ਇਹਨਾਂ 3 ਦਿਨਾਂ ਦੇ ਵਿੱਚ ਹੀ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਬਾਬਾ ਮੱਘਰ ਸਿੰਘ ਜੀ ਦੀ ਬਰਸੀ ਦੇ ਉਹਨਾਂ ਦੇ ਸੱਚਖੰਡ ਗਮਨ 'ਤੇ ਵਿਚਾਰ ਦਿੱਤੇ ਸਨ। ਤੇ 3 ਦਿਨ ਹੀ ਸੰਗਤ ਜੀ ਮਹਾਂਪੁਰਖਾਂ ਦੇ ਹੀ ਪਰਉਪਕਾਰ ਸੁਣਾਉਣਾ ਕੀਤੇ ਕਿ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਬਾਬਾ ਮੱਘਰ ਸਿੰਘ ਜੀ ਨੇ ਕੀ ਪਰਉਪਕਾਰ ਕੀਤੇ। ਇੱਥੋਂ ਹੁਣ ਬਾਬਾ ਸੁੰਦਰ ਸਿੰਘ ਜੀ ਦੇ ਬਚਨ ਆਰੰਭ ਕਰਦੇ ਨੇ। ਜੋ ਜਿੱਦਣ ਉਹਨਾਂ ਦੀ ਸੰਗਤ ਜੀ ਸੀ, ਦੁਸਹਿਰਾ ਸੀ ਬਾਬਾ ਮੱਘਰ ਸਿੰਘ ਜੀ ਦਾ, ਅਤੇ ਜੋ ਬਾਬਾ ਸੁੰਦਰ ਸਿੰਘ ਜੀ ਨੇ ਉਦਣ ਦੀਵਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸੀ, ਉੱਥੇ ਕਿਹਾ, ਉਹ ਇੱਥੇ ਲਿਖਦੇ ਨੇ। ਬਾਬਾ ਸੁੰਦਰ ਸਿੰਘ ਜੀ ਖੜ੍ਹੇ ਹੋਏ। ਸੰਗਤਾਂ ਸਾਰੀਆਂ ਬਰਾਗ ਦੇ ਵਿੱਚ ਸਨ, ਜਿਨ੍ਹਾਂ ਦੇ ਅੰਦਰ ਬਾਬਾ ਜੀ ਪ੍ਰਤੀ ਬੜਾ ਪਿਆਰ ਸੀ। ਉਹਨਾਂ ਦੇ ਵਿੱਚ ਖਲੋ ਕੇ ਸੰਗਤ ਜੀ ਫਿਰ ਬਾਬਾ ਸੁੰਦਰ ਸਿੰਘ ਜੀ ਨੇ ਪ੍ਰਚਾਰ ਆਰੰਭ ਕੀਤਾ, ਕਥਾ ਆਰੰਭ ਕੀਤੀ। ਇਹ ਬਚਨ ਕਹੇ ਸਮੂਹ ਸਾਧ ਸੰਗਤ ਜੀ, ਬਾਬਾ ਮੱਘਰ ਸਿੰਘ ਜੀ ਗੁਰੂ ਦੇ ਬਹੁਤੇ ਹੀ ਪਿਆਰੇ ਗੁਰਸਿੱਖ ਸਨ, ਜਿਨ੍ਹਾਂ ਨੇ ਕੀਰਤਨ ਪ੍ਰਚਾਰ ਕਰਕੇ ਲੱਖਾਂ ਦੀ ਗਿਣਤੀ ਵਿੱਚ ਲੋਕ ਤਾਰ ਦਿੱਤੇ ਐ। ਇੱਕ ਨਹੀਂ ਦੋ ਨਹੀਂ, ਬਾਬਾ ਮੱਘਰ ਸਿੰਘ ਜੀ ਨੇ ਗੁਰੂ ਕੀ ਸੰਗਤੇ ਕਈ ਹਜ਼ਾਰਾਂ ਨੂੰ ਹੀ ਅੰਮ੍ਰਿਤ ਪਾਨ ਕਰਵਾਇਆ ਹੈ। ਆਏ ਹੁਣ ਆਪਾਂ ਸੂਖਮ ਰੂਪ ਦੇ ਵਿੱਚ ਸੰਗਤ ਜੀ ਸੁਣ ਰਹੇ ਹਾਂ, ਕਿਉਂਕਿ ਕੱਲਾ ਕੱਲਾ ਪੱਖ ਜਿਹੜਾ ਇੱਥੇ ਬਾਬਾ ਸੁੰਦਰ ਸਿੰਘ ਜੀ ਨੇ ਦੱਸਿਆ ਹੈ, ਇਹ ਬੜੀ ਵਿਆਖਿਆ ਦੇ ਵਿੱਚ ਹੈ। ਅੱਗੇ ਜਾ ਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਬੜੀਆਂ ਵੱਡੀਆਂ ਘਟਨਾਵਾਂ ਨੇ, ਪਰ ਸਮੇਂ ਦੇ ਸੰਬੰਧ ਵਿੱਚ ਵੀ ਸਮੇਂ ਦੇ ਅਧੀਨ ਹੋਣ ਕਰਕੇ ਵੀ ਫਿਰ ਚੱਲਣਾ ਪੈਂਦਾ ਹੈ। ਤੋ ਇਸ ਕਰਕੇ ਆਪਾਂ ਹੁਣ ਟੂਕ ਮਾਤਰ ਹੀ ਜਿਵੇਂ ਜਿਵੇਂ ਉਹਨਾਂ ਨੇ ਲਿਖਿਆ ਹੈ ਮਹਾਂਪੁਰਸ਼ਾਂ ਨੇ, ਉੱਦਾਂ ਹੀ ਆਪਾਂ ਸੁਣਦੇ ਹਾਂ। ਕਹਿੰਦੇ ਕਿ ਬਾਬਾ ਮੱਘਰ ਸਿੰਘ ਸਾਹਿਬ ਜੀ ਨੇ ਕਈ ਹਜ਼ਾਰਾਂ ਨੂੰ ਅੰਮ੍ਰਿਤ ਪਾਨ ਕਰਵਾਇਆ। ਉਦੋਂ ਬਾਅਦ ਜਿਵੇਂ ਅਕਾਲੀ ਲਹਿਰ ਸ਼ੁਰੂ ਹੋਈ ਹੈ,
1919 ਜਲ੍ਹਿਆਂਵਾਲੇ ਬਾਗ ਦਾ ਸਾਕਾ ਵਰਤਿਆ। ਬਾਬਾ ਮੱਘਰ ਸਿੰਘ ਸਾਹਿਬ ਜੀ ਉੱਥੇ ਗਏ। ਉਹ ਸਾਰਾ ਕੁਝ ਮਾਹੌਲ ਦੇਖ ਕੇ ਸੰਗਤ ਜੀ ਬੜੇ ਬਰਾਗ ਵਿੱਚ ਰਹੇ। ਸਮਾਂ ਪਾਇਆ, ਨਨਕਾਣੇ ਸਾਹਿਬ ਦਾ ਸਾਕਾ ਵਰਤਿਆ। ਉਸ ਸਮੇਂ ਬਾਬਾ ਸੁੰਦਰ ਸਿੰਘ ਤੇ ਬਾਬਾ ਮੱਘਰ ਸਿੰਘ ਜੀ ਤਖਤੂਪੁਰੇ ਦੀ ਸੇਵਾ ਕਰਵਾ ਰਹੇ ਸਨ। ਜਦੋਂ ਇਹ ਖਬਰ ਪਤਾ ਚੱਲੀ ਸੰਗਤ ਜੀ, ਉਸੇ ਸਮੇਂ ਬਾਬਾ ਮੱਘਰ ਸਿੰਘ ਜੀ ਜਾਣ ਨੂੰ ਤਿਆਰ ਹੋਏ। ਬਾਬਾ ਸੁੰਦਰ ਸਿੰਘ ਜੀ ਵੀ, ਤੇ ਬਾਬਾ ਮੱਘਰ ਸਿੰਘ ਜੀ ਨੇ ਬਾਬਾ ਸੁੰਦਰ ਸਿੰਘ ਜੀ ਨੂੰ ਰੋਕ ਦਿੱਤਾ। ਕਹਿਣ ਲੱਗੇ ਜੀ ਪਤਾ ਨਹੀਂ ਉੱਥੇ ਕੀ ਘਟਨਾ ਵਾਪਰ ਸਕਦੀ ਹੈ, ਤੁਸੀਂ ਇੱਥੇ ਰਹੋ, ਤੁਹਾਡੀ ਅਜੇ ਪੰਥ ਨੂੰ ਲੋੜ ਹੈ, ਮੈਂ ਉੱਥੇ ਜਾਂਦਾ ਹਾਂ। ਬਾਬਾ ਸੁੰਦਰ ਸਿੰਘ ਜੀ ਉੱਥੇ ਰਹਿ ਪਏ ਤੇ ਬਾਬਾ ਮੱਘਰ ਸਿੰਘ ਜੀ ਸੰਗਤ ਜੀ ਫਿਰ ਗਏ ਸਨ। ਜਦੋਂ ਨਨਕਾਣਾ ਸਾਹਿਬ ਪਹੁੰਚੇ, ਉੱਥੇ ਸਿੰਘਾਂ ਦੀਆਂ ਅੱਧ ਸੜੀਆਂ ਲਾਸ਼ਾਂ ਪਈਆਂ ਹੋਈਆਂ ਸਨ। ਭਾਈ ਲਛਮਣ ਸਿੰਘ ਜੀ ਨੂੰ ਜੰਡ ਦੇ ਨਾਲ ਪੁੱਠਾ ਬੰਨ੍ਹ ਕੇ ਸਾੜਿਆ ਹੋਇਆ ਸੀ। ਕੁਝ ਬੱਚਿਆਂ ਦੇ, ਕੁਝ ਮਾਈਆਂ ਬੀਬੀਆਂ ਦੀਆਂ ਸੰਗਤ ਜੀ ਲਾਸ਼ਾਂ ਪਈਆਂ ਹੋਈਆਂ ਸਨ। ਚਾਰੇ ਪਾਸੇ ਲਾਸ਼ਾਂ ਧੁਖ ਰਹੀਆਂ ਸੀ ਅਜੇ। ਇਹ ਦੇਖ ਕੇ ਸੰਗਤ ਜੀ 7 ਦਿਨ ਬਾਬਾ ਮੱਘਰ ਸਿੰਘ ਜੀ ਉੱਥੇ ਰਹੇ। 7 ਦਿਨ ਅੱਖਾਂ ਦੇ ਵਿੱਚੋਂ ਪਾਣੀ ਵਹਿੰਦਾ ਰਿਹਾ ਤੇ 7 ਦਿਨ ਨਾ ਕੁਝ ਖਾਧਾ ਤੇ ਨਾ ਕੁਝ ਪੀਤਾ। ਐਸੇ ਵਿਰਾਗ ਦੇ ਵਿੱਚ ਰਹੇ ਤੇ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਰਹੇ, ਮਹਾਰਾਜ ਇਹ ਕੈਸਾ ਭਾਣਾ ਵਰਤ ਗਿਆ ਹੈ ਕਿ ਇਹੋ ਜਿਹਾ ਸਾਰਾ ਕੁਝ ਤੇਰੇ ਸਿੱਖਾਂ ਦੇ ਹੱਥ ਆਇਆ ਹੈ। ਇਹਨਾਂ ਦੇ ਕਰਮਾਂ ਵਿੱਚ ਲਿਖਿਆ ਕਿ ਇਹੋ ਜਿਹੀਆਂ ਮਹਾਨ ਇਹਨਾਂ ਨੇ ਕੁਰਬਾਨੀਆਂ ਕਰਨੀਆਂ ਹਨ। ਇੱਦਾਂ ਵਿਰਾਗ ਵਿੱਚ ਸੰਗਤ ਜੀ ਉੱਥੇ ਰਹੇ ਸਨ। ਐਡਾ ਪੰਥ ਦੇ ਨਾਲ ਵੀ ਪਿਆਰ ਕਰਦੇ ਸੀ, ਪੰਥ ਹਤੈਸ਼ੀ ਸਨ। ਸਮਾਂ ਹੋਇਆ ਸੰਗਤ ਜੀ, ਉੱਥੇ ਮੋਰਚੇ ਸ਼ੁਰੂ ਹੋਏ। ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਜੈਤੋਂ ਦਾ ਮੋਰਚਾ ਲੱਗਾ। ਇਹਨਾਂ ਸਾਰਿਆਂ ਮੋਰਚਿਆਂ ਦੇ ਵਿੱਚ ਮਹਾਂਪੁਰਖ ਬੜੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਫਿਰ ਸੰਗਤ ਜੀ ਬਾਬਾ ਸੁੰਦਰ ਸਿੰਘ ਜੀ ਇਹ ਗੱਲ ਕਹਿੰਦਿਆਂ ਵਿਰਾਗ ਵਿੱਚ ਆਏ ਤੇ ਵਿਰਾਗ ਦੇ ਵਿੱਚ ਆ ਕੇ ਚਾਰੇ ਪਾਸੇ ਸਨਾਟਾ ਛਾ ਚੁੱਕਾ ਸੀ। ਜਦੋਂ ਇਹ ਗੱਲ ਕਹੀ ਤੇ ਵਿਰਾਗ ਵਿੱਚ ਆ ਕੇ ਕਿਹਾ ਕਿ ਸਾਧ ਸੰਗਤ ਜੀ, ਬਾਬਾ ਮੱਘਰ ਸਿੰਘ ਜੀ ਕਾਹਦੇ ਚਲੇ ਗਏ ਨੇ, ਸਾਡੀਆਂ ਤਾਂ ਅੱਜ ਪਿਆਰੇ ਬਾਹਾਂ ਹੀ ਟੁੱਟ ਗਈਆਂ ਨੇ। ਬਾਬਾ ਮੱਘਰ ਸਿੰਘ ਤਾਂ ਸਾਡੀਆਂ ਬਾਹਾਂ ਸਨ ਤੇ ਬਾਹਾਂ ਸੰਗਤ ਜੀ ਬਲ ਹੋਇਆ ਕਰਦਾ ਹੈ। ਕਹਿੰਦੇ ਇਹਨਾਂ ਦੇ ਸਹਾਰੇ ਅਸੀਂ ਬੜਾ ਪ੍ਰਚਾਰ ਪ੍ਰਸਾਰ ਕਰਦੇ ਸਾਂ। ਸਾਨੂੰ ਬੜਾ ਭਰੋਸਾ ਵਿਸ਼ਵਾਸ ਸੀ ਕਿ ਬਾਬਾ ਮੱਘਰ ਸਿੰਘ ਜੀ ਨੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਡਰ ਪੈ ਕੋਈ ਗੱਲ ਨਹੀਂ ਰਹਿ ਜਾਂਦੀ ਸੀ। ਜਿੱਥੇ ਲੋੜ ਪੈਂਦੀ ਉੱਥੇ ਹੀ ਹਾਜ਼ਰ ਹੁੰਦੇ ਸਨ। ਪਰ ਗੁਰੂ ਕੀ ਸੰਗਤੇ, ਅੱਜ ਤਾਂ ਸਾਡੀਆਂ ਬਾਹਾਂ ਹੀ ਟੁੱਟ ਗਈਆਂ ਨੇ। ਜਦੋਂ ਇਹ ਬਚਨ ਕਹੇ ਸੰਗਤ ਜੀ, ਜਿੰਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੈਠੇ ਸੀ, ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਅੱਖਾਂ ਦੇ ਵਿੱਚੋਂ ਤਿਪ ਤਿਪ ਕਰਕੇ ਪਾਣੀ ਵਗਣਾ ਸ਼ੁਰੂ ਹੋ ਗਿਆ। ਬਾਬਾ ਸੁੰਦਰ ਸਿੰਘ ਜੀ ਉਸੇ ਵਿਰਾਗ ਦੇ ਵਿੱਚ ਫਿਰ ਅਗਲੀ ਗੱਲ ਕਹਿੰਦੇ ਹੈ ਕਿ ਐਸੇ ਜੁਝਾਰੂ ਜਿਹੜੇ ਸਨ, ਸੂਰਬੀਰ ਯੋਧੇ ਸੰਤ ਸਿਪਾਹੀ, ਉਹ ਸਾਨੂੰ ਛੱਡ ਕੇ ਸੱਚਖੰਡ ਨੂੰ ਗਮਨ ਕਰ ਗਏ ਐ। ਇਹ ਸੁਣ ਕੇ ਸਾਰੀਆਂ ਸੰਗਤਾਂ ਦੇ ਮਨ ਵਿੱਚ ਵਿਰਾਗ ਭਰ ਚੁੱਕਾ ਸੀ। ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਇਸ ਵਿਰਾਗ ਦੀ ਅਵਸਥਾ ਨੂੰ ਦੂਰ ਕਰਦਿਆਂ ਹੋਇਆਂ ਫਿਰ ਬਾਬਾ ਸੁੰਦਰ ਸਿੰਘ ਜੀ ਨੇ ਉਹਨਾਂ ਦੇ ਜੀਵਨ ਦੇ ਕੁਝ ਸੰਗਤ ਜੀ ਪਰਉਪਕਾਰ ਦੱਸੇ ਹੈ। ਕਹਿਣ ਲੱਗੇ ਕਿ ਬਾਬਾ ਮੱਘਰ ਸਿੰਘ ਜੀ ਕੌਣ ਸਨ, ਜਿਨ੍ਹਾਂ ਨੇ ਅਨੰਤ ਬੇਅੰਤ ਹੀ ਬੇਅੰਤ ਸੰਗਤ ਜੀ ਕਮਾਈ ਕੀਤੀ ਹੋਈ ਹੈ। ਦੇਖ ਲਓ ਸਾਧ ਸੰਗਤ ਜੀ, ਜਦੋਂ ਉੱਧਰ ਗਏ ਨੇ, ਜਰਮਨ ਫਰਾਂਸ ਦੀ ਜੰਗ ਲੱਗੀ ਹੋਈ ਸੀ ਭਾਰੀ। ਉੱਥੇ ਜਾ ਕਰਕੇ ਕਿੰਨੀਆਂ ਗੋਲੀਆਂ ਚੱਲਦੀਆਂ ਸਨ ਤੇ ਵਰ ਦੀਆਂ ਗੋਲੀਆਂ ਦੇ ਵਿੱਚ ਮੋਰਚੇ ਫਤਿਹ ਕੀਤੇ ਸੀ ਤੇ ਫਿਰ ਵੀ ਪ੍ਰਮਾਤਮਾ ਦਾ ਨਾਮ ਹੀ ਜਪਦੇ ਰਹੇ। ਫਿਰ ਨਰੈਤ ਬੈਤ ਦੇ ਵਿੱਚ ਕੈਸੇ ਸਨ ਬਾਬਾ ਮੱਘਰ ਸਿੰਘ ਜੀ। ਕਹਿੰਦੇ ਜਿਸ ਇਲਾਕੇ ਦੇ ਵਿੱਚ ਪਾਣੀ ਨਹੀਂ ਸਨੀ ਹੁੰਦਾ ਸੀ ਸਾਧ ਸੰਗਤ, ਅੱਜ ਤਾਂ ਥੋੜ੍ਹੀ ਜਿਹੀ ਠੰਡ ਹੁੰਦੀ ਹੈ ਤੇ ਆਪਾਂ ਕਹਿ ਦਿੰਦੇ ਛੱਡੋ ਪਰੇ, ਅੱਜ ਕੀ ਨਹਾਉਣਾ, ਇਸ਼ਨਾਨ ਨੂੰ ਕੀ ਪਿਆ, ਇੱਥੇ ਰੋਜ਼ ਨਹਾਉਣੇ ਹੀ ਹੈ, ਨਾ ਨਹਾਵਾਂਗੇ ਤਾਂ ਕੀ ਹੋ ਚੱਲਿਆ ਹੈ। ਪਰ ਸਿੱਖ ਦੀ ਜ਼ਿੰਦਗੀ ਵਿੱਚ ਸ਼ੁਰੂਆਤ ਹੀ ਮਹਾਰਾਜ ਜੀ ਪਹਿਲਾਂ ਇਸ਼ਨਾਨ ਤੋਂ ਹੀ ਕਰਾਉਂਦੇ ਹੈ ਕਿ ਸਿੱਖਾ ਤੇਰੇ ਵਾਸਤੇ ਅੰਮ੍ਰਿਤ ਵੇਲਾ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰ। ਇਸ਼ਨਾਨ ਕਰਕੇ ਫਿਰ ਆਪਣੇ ਦਿਨ ਦੇ ਬਾਕੀ ਕੰਮਾਂ ਦੀ ਸ਼ੁਰੂਆਤ ਕਰੀ ਬਾਣੀ ਪੜ੍ਹਨ ਤੋਂ ਬਾਅਦ। ਤੇ ਬਾਬਾ ਮੱਘਰ ਸਿੰਘ ਸਾਹਿਬ ਜੀ ਦਾ ਐਸਾ ਸੰਗਤ ਜੀ ਜੀਵਨ, ਫਰਾਂਸ ਦੇ ਇਲਾਕੇ ਵਿੱਚ ਜਦੋਂ ਰਹਿ ਰਹੇ ਸੀ, ਉੱਧਰ ਬਰਫ਼ ਕਹਿੰਦੇ ਬਹੁਤ ਪੈਂਦੀ ਸੀ। ਕਿਸੇ ਇਲਾਕੇ ਦੇ ਵਿੱਚ ਬਰਫ਼ ਇੰਨੀ ਸੀ ਕਿ ਆਸੇ ਪਾਸੇ ਦਾ ਪਾਣੀ ਵੀ ਜੰਮ ਜਾਂਦਾ ਸੀ। ਹੁਣ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰਨਾ ਸੀ, ਕਿਉਂਕਿ ਸਿੱਖ ਦਾ ਤਾਂ ਪਹਿਲਾ ਨੇਮ ਹੀ ਇਹ ਹੈ। ਤੇ ਬਾਬਾ ਜੀ ਸੰਗਤ ਜੀ ਅੰਮ੍ਰਿਤ ਵੇਲੇ ਦੇ ਨਾਲ ਹੀ ਉੱਠ ਪੈਂਦੇ। 12 ਵਜੇ ਤੋਂ ਬਾਅਦ ਹੀ ਉਹ ਜਾਗ ਪੈਂਦੇ ਸਨ।
ਵੈਸੇ ਰੱਬ ਦੇ ਪਿਆਰੇ ਕਦੀ ਸੌਂਦੇ ਨਹੀਂ ਹੈ। ਉਹ ਤਾਂ ਸੰਗਤ ਜੀ ਸਾਨੂੰ ਇੱਕ ਦੱਸਣ ਵਾਸਤੇ ਹੁੰਦਾ ਏ, ਪਰ ਉਹ ਅੰਦਰੋਂ ਜਾਗ ਪਏ ਹੁੰਦੇ ਨੇ। ਸੋ ਅੰਮ੍ਰਿਤ ਵੇਲੇ ਨਾਲ ਉੱਠੇ ਹੈ, ਸਾਰੇ ਸਿੱਖ ਫੌਜੀ ਸੁੱਤੇ ਪਏ ਨੇ। ਬਾਹਰ ਪਹਿਰੇਦਾਰ ਹੈ, ਪਹਿਰੇਦਾਰ ਨੂੰ ਵੀ ਕੁਝ ਘਕੂਕ ਜੀ ਆਈ ਹੋਈ ਹੈ, ਉਹਦੇ ਲਾਗੋਂ ਦੀ ਬਾਹਰ ਚਲੇ ਗਏ ਨੇ। ਕਛਹਿਰਾ ਪਰਨਾ ਹੱਥ ਵਿੱਚ ਫੜਿਆ ਹੈ। ਬਾਹਰ ਗਏ, ਪਾਣੀ ਦੀ ਭਾਲ ਕੀਤੀ, ਪਾਣੀ ਕਿਤੇ ਨਾ ਮਿਲਿਆ। ਇੱਕ ਕੋਈ ਨਦੀ ਵਗਦੀ ਸੀ, ਉਹ ਵੀ ਜੰਮੀ ਪਈ ਸੀ। ਉੱਥੇ ਗਏ ਸੰਗਤ ਜੀ, ਜਾ ਕੇ ਮਹਾਂਪੁਰਖਾਂ ਨੇ ਬਰਫ਼ ਭੰਨੀ, ਜਿਹਦਾ ਇੱਥੇ ਜ਼ਿਕਰ ਸੰਤ ਗਿਆਨੀ ਸੁੰਦਰ ਸਿੰਘ ਜੀ ਕਰ ਰਹੇ ਨੇ। ਉਹਨਾਂ ਦੇ ਸੰਗਤ ਜੀ ਦੁਸ਼ਹਿਰੇ 'ਤੇ ਕਿ ਬਾਬਾ ਮੱਘਰ ਸਿੰਘ ਸਾਹਿਬ ਜੀ ਨੇ ਫਿਰ ਉੱਥੋਂ ਬਰਫ਼ ਭੰਨੀ ਅਤੇ ਬਰਫ਼ ਦੇ ਹੇਠੋਂ ਪਾਣੀ ਨਿਕਲਿਆ। ਅਤੇ ਹੁਣ ਦੇਖ ਲਓ, ਜਿੱਥੇ ਬਰਫ਼ ਹੀ ਜੰਮ ਚੁੱਕੀ ਤਾਂ ਉਹ ਪਾਣੀ ਕਿਹੋ ਜਿਹਾ ਹੋਏਗਾ। ਉਹ ਠੰਡੇ ਪਾਣੀ ਨੂੰ ਸੰਗਤ ਜੀ ਬਾਹਰ ਕੱਢਿਆ ਅਤੇ ਉਸ ਪਾਣੀ ਦੇ ਨਾਲ ਬਾਬਾ ਜੀ ਨੇ ਫਿਰ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਅਤੇ ਕਹਿੰਦੇ ਜਾਣਾ ਕਿੱਧਰੇ ਹੁਣ, ਉੱਥੇ ਹੀ ਕਿਨਾਰੇ 'ਤੇ ਬਹਿ ਗਏ। ਉੱਥੇ ਹੀ ਬਹਿ ਕੇ ਚੌਂਕੜਾ ਲਾ ਲਿਆ ਅਤੇ ਉੱਥੇ ਹੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉੱਥੇ ਬਾਣੀ ਦੇ ਨਿਤਨੇਮ ਕੀਤੇ। ਅਤੇ ਕਹਿੰਦੇ ਹੈ ਕਿ ਉਹ ਸੰਗਤ ਜੀ ਬਰਫ਼ ਪੈ ਕਰਕੇ, ਬਰਫ਼ ਬਹੁਤੀ ਪੈ ਰਹੀ ਸੀ ਅਤੇ ਬਰਫ਼ ਪੈ ਕਰਕੇ ਬਾਬਾ ਜੀ ਦਾ ਸਾਰਾ ਸਰੀਰ ਬਰਫ਼ ਵਿੱਚ ਹੀ ਲੁਕ ਗਿਆ। ਸਵੇਰ ਹੋਈ, ਸਿੰਘ ਫੌਜੀ ਉੱਠੇ, ਉਹਨਾਂ ਦੇਖਿਆ ਜੀ ਮਹਾਂਪੁਰਖ ਨਜ਼ਰ ਨਹੀਂ ਪੈਂਦੇ। ਗੋਰਿਆਂ ਨੂੰ ਪਤਾ ਚੱਲਿਆ ਅਤੇ ਉਹ ਕਹਿੰਦੇ ਕੀ ਹੋ ਗਿਆ, ਕਿੱਥੇ ਚਲੇ ਗਏ ਨੇ? ਏਡੇ ਵੱਡੇ ਜੁਝਾਰੂ ਸੂਰਬੀਰ ਯੋਧੇ ਨੇ, ਸਾਨੂੰ ਤਾਂ ਇਹਨਾਂ ਦਾ ਬੜਾ ਹੀ ਤਾਣ ਹੈ, ਸਾਨੂੰ ਇਹਨਾਂ ਦੇ ਹੁੰਦਿਆਂ ਕੋਈ ਡਰ ਨਹੀਂ ਹੈ, ਦੱਸੋ ਕਿੱਥੇ ਗਏ, ਲੱਭੋ। ਲੱਭਿਆ, ਆਸੇ ਪਾਸੇ ਕਿਤਿਓਂ ਨਾ ਮਿਲੇ। ਜਿਹੜਾ ਪਹਿਰੇਦਾਰ ਸੀ ਉਹਨੂੰ ਪੁੱਛਿਆ ਕਿ ਭਾਈ ਤੂੰ ਦੇਖਿਆ ਕਿਤੇ ਜਾਂਦਿਆਂ? ਉਹ ਕਹਿੰਦੇ ਹਾਂਜੀ, ਅੱਧੀ ਕੁ ਰਾਤ ਦੇ ਸਮੇਂ ਉਹ ਇੱਧਰ ਬਾਹਰ ਨੂੰ ਜਾਂਦੇ ਸੀ, ਹੱਥ ਵਿੱਚ ਕਛਹਿਰਾ ਪਰਨਾ ਫੜਿਆ ਹੋਇਆ ਸੀ ਉਹਨਾਂ ਦੇ। ਕਹਿੰਦੇ ਅੱਛਾ ਚਲੋ ਦੇਖੀਏ। ਕਹਿੰਦੇ ਇੱਥੇ ਤਾਂ ਇੱਕ ਨਦੀ ਸੀ, ਉਹ ਤਾਂ ਜੰਮੀ ਪਈ ਹੈ ਬਰਫ਼ ਨਾਲ ਹੀ ਸਾਰੀ। ਅਤੇ ਜਿਹੜੇ ਸਿੰਘ ਸਨ ਸਿਆਣੇ, ਉਹ ਸਮਝ ਗਏ ਕਿ ਬਾਬਾ ਜੀ ਨਿਤਨੇਮ ਦੇ ਵਿੱਚ ਪੂਰੇ ਹੈ, ਰਹਿਤ ਵਿੱਚ ਪੂਰੇ ਹੈ। ਉਹਨਾਂ ਨੇ ਇਸ਼ਨਾਨ ਕਰਨ ਵਾਸਤੇ ਜਾਣਾ ਕੀਤਾ, ਇਸ਼ਨਾਨ ਵਾਸਤੇ ਗਏ ਹੋਣਗੇ। ਆਸੇ ਪਾਸੇ ਲੱਭਦਿਆਂ ਜਦੋਂ ਸੰਗਤ ਜੀ ਪਹੁੰਚੇ ਤਾਂ ਕੀ ਦੇਖਿਆ ਕਿ ਇਕੱਲਾ ਸੀਸ ਹੀ ਬਾਬਾ ਜੀ ਦਾ ਬਾਹਰ ਨਜ਼ਰ ਪੈ ਰਿਹਾ ਸੀ, ਬਾਕੀ ਸਾਰਾ ਸਰੀਰ ਬਰਫ਼ ਨਾਲ ਢੱਕਿਆ ਪਿਆ ਸੀ। ਦੇਖ ਕੇ ਬੜੇ ਹੈਰਾਨ ਹੋਏ ਅਤੇ ਜਾ ਕੇ ਸਿੰਘਾਂ ਨੇ ਬਰਫ਼ ਪਾਸੇ ਕੀਤੀ ਹੈ। ਹੁਣ ਜਿਹੜੇ ਬਰਫ਼ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਹੀ ਸੰਗਤ ਦੀ ਬਰਫ਼ ਕੈਸੀ ਹੁੰਦੀ। ਉਹ ਤਾਂ ਦੱਸਿਆ ਜਿਵੇਂ ਹਿਮਾਲਿਆ ਦੀ ਬਰਫ਼ ਹੈ। ਜਿਹੜੇ ਫੌਜੀ ਜਾਂਦੇ ਇੱਧਰ ਲੇਹ ਲਦਾਖ ਵਾਲੇ ਪਾਸੇ, ਜਿੱਥੇ ਬਰਫੀਲੇ ਪਹਾੜ ਹੈ, ਕਿਵੇਂ ਉਹਨਾਂ ਦੀ ਜ਼ਿੰਦਗੀ ਹੈ ਉੱਥੇ। ਕਿਤੇ ਬਰਫ਼ ਦੇ ਵਿੱਚ ਧੱਸ ਜਾਣ ਤਾਂ ਮੁੜ ਕੇ ਲਾਸ਼ ਹੀ ਨਿਕਲਦੀ ਹੈ, ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਅਤੇ ਉਹ ਬਰਫ਼ ਦੇ ਵਿੱਚ ਪਏ ਹੋਏ ਸਿੰਘ ਗਏ, ਜਾ ਕੇ ਦੇਖਿਆ ਸੰਗਤ ਜੀ, ਅੱਖਾਂ ਕਈਆਂ ਦੀਆਂ ਸਜਲ ਹੋ ਗਈਆਂ। ਕਹਿੰਦੇ ਧੰਨ ਹੈ ਬਾਬਾ ਮੱਘਰ ਸਿੰਘ ਜੀ ਤੁਸੀਂ, ਵੀ ਸਾਨੂੰ ਤਾਂ ਇੱਧਰ ਪਾਰੇ ਦੀ ਪਈ ਹੋਈ ਸੀ ਕਿ ਇੰਨਾ ਠੰਡ ਹੈ, ਫਾਕਾ ਪੈ ਰਿਹਾ ਹੈ ਅਤੇ ਰਜਾਈਆਂ ਨਹੀਂ ਛੁੱਟ ਰਹੀਆਂ ਸਨ, ਅਤੇ ਆਪ ਇਹੋ ਜਿਹੇ ਸਮੇਂ ਵਿੱਚ ਵੀ ਇਸ਼ਨਾਨ ਕਰਕੇ ਅਤੇ ਨਿਤਨੇਮ 'ਚ ਜੁੜੇ ਹੋਏ ਹੋ। ਧੰਨ ਹੀ ਉਹ ਆਪ ਦੇ, ਧੰਨ ਹੀ ਆਪ ਜੀ ਦੀ ਕਮਾਈ ਹੈ। ਬਰਫ਼ ਪਾਸੇ ਕੀਤੀ ਸੰਗਤ ਜੀ, ਸਰੀਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਸਮਾਧੀ ਵਿੱਚ ਨੇ। ਉਸੇ ਤਰ੍ਹਾਂ ਹੀ ਚੱਕ ਕੇ ਸੰਗਤ ਜੀ ਚੌਂਕੜੇ ਵਿੱਚ ਹੀ ਉਹਨਾਂ ਨੂੰ ਲੈ ਆਏ, ਲਿਆ ਕੇ ਮੰਜੇ 'ਤੇ ਪਾ ਦਿੱਤਾ ਅਤੇ ਤਲੀਆਂ ਮਲਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਨਾਲ ਸਿੰਘ ਸਨ ਉਹਨਾਂ ਦੀਆਂ ਅੱਖਾਂ ਭਰ ਆਈਆਂ ਕਿ ਕਿਤੇ ਮਹਾਂਪੁਰਖ ਭਾਣਾ ਨਾ ਵਰਤਾ ਗਏ ਹੋਣ। ਤਲੀਆਂ ਨੂੰ ਗਰਮ ਕਰਦਿਆਂ ਕੰਬਲ ਪਾ ਦਿੱਤਾ ਉੱਤੇ, ਅਤੇ ਮਹਾਂਪੁਰਖ ਅਚਾਨਕ ਇੱਕਦਮ ਸੰਗਤ ਜੀ ਉੱਠ ਕੇ ਬਹਿ ਗਏ। ਕਹਿੰਦੇ ਕੀ ਹੋਇਆ ਸਿੰਘੋ, ਕੀ ਕਰਦੇ ਹੈ? ਕਹਿੰਦੇ ਜੀ ਮਹਾਂਪੁਰਖੋ ਆਹ ਗੱਲਬਾਤ ਹੋ ਗਈ। ਕਹਿੰਦੇ ਨਹੀਂ ਅਜੇ ਨਹੀਂ, ਸਾਡਾ ਸਮਾਂ ਹੈ, ਅਜੇ ਰਹਿੰਦਾ ਕੁਝ ਕੁ ਸਮਾਂ ਹੋਰ, ਇੱਥੇ ਮਹਾਰਾਜ ਨੇ ਬੜੀ ਸੇਵਾ ਲੈਣੀ ਹੈ, ਕੋਈ ਨਹੀਂ ਚਲੋ ਕੰਮੇ ਕਾਰ ਹੀ ਲੱਗੋ। ਉਹਦਾ ਜ਼ਿਕਰ ਇੱਥੇ ਬਾਬਾ ਸੁੰਦਰ ਸਿੰਘ ਜੀ ਨੇ ਕੀਤਾ ਉਹਨਾਂ ਦੇ ਦੁਸ਼ਹਿਰੇ 'ਤੇ ਕਿ ਸਾਧ ਸੰਗਤ ਜੀ ਬਾਬਾ ਮੱਘਰ ਸਿੰਘ ਐਸੇ ਨਿਤਨੇਮ ਦੇ ਵਿੱਚ ਪਰਪੱਕ ਸਨ, ਐਸਾ ਰਹਿਤ ਬਹਿਤ ਵਾਲਾ ਉਹਨਾਂ ਦਾ ਜੀਵਨ ਸੀ ਕਿ ਬਰਫੀਲੇ ਇਲਾਕੇ ਵਿੱਚ ਵੀ ਬਰਫ਼ ਭੰਨ ਕੇ ਅਤੇ ਉਹ ਨਿੱਤ ਇਸ਼ਨਾਨ ਕਰਦੇ। ਜਿੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਸੀ, ਉੱਥੇ ਪਾਣੀ ਨੂੰ ਪ੍ਰਗਟ ਕਰ ਦਿੰਦੇ। ਹੁਣ ਲੰਮੇ ਪ੍ਰਸੰਗ ਸੰਗਤ ਜੀ, ਫਿਰ ਸਮਾਂ ਵੀ ਉੱਤੇ ਹੋ ਜਾਣਾ, ਅੱਗੇ ਤਕਰੀਬਨ 2 ਘੰਟੇ ਦੇ ਲਾਗੇ ਹੋ ਹੀ ਚੱਲਿਆ ਸਮਾਂ ਆਪਾਂ ਨੂੰ ਬੋਲਦੇ ਹਾਂ। ਅਤੇ ਉਹ ਉੱਥੇ ਦਾ ਜ਼ਿਕਰ ਹੈ ਇੱਕ ਥਾਂ 'ਤੇ, ਉਹ ਜਦੋਂ ਕਿਤੇ ਬਸਰੇ ਵਾਲੇ ਪਾਸੇ ਜਾ ਰਹੇ ਸੀ ਨਾ ਮਹਾਂਪੁਰਖ, ਅਤੇ ਉੱਧਰ ਪਥਰੀਲਾ ਇਲਾਕਾ ਸੀ ਸਾਰਾ। ਇਲਾਕਾ ਇਹੋ ਜਿਹਾ ਪਥਰੀਲਾ ਕਿ ਕਿਤੇ ਵੀ ਪਾਣੀ ਨਾ ਨਜ਼ਰ ਪਿਆ। 2 ਦਿਨ ਕਹਿੰਦੇ ਲੰਘ ਗਏ ਸੀ ਫੌਜ ਦੇ। ਫਿਰ ਜਾ ਕੇ ਇੱਕ ਥਾਂ ਦੇ ਕੇ ਫੌਜ ਨੇ ਉੱਥੇ ਕੈਂਪ ਲਾ ਲਿਆ, ਉੱਥੇ ਬਹਿ ਗਈ ਫੌਜ ਸਾਰੀ। ਆਸੇ ਪਾਸੇ ਦੇਖਿਆ ਕਿਤੇ ਪਾਣੀ ਨਹੀਂ। ਬਾਬਾ ਮੱਘਰ ਸਿੰਘ ਸਾਹਿਬ ਜੀ ਬੈਠੇ ਰਹੇ। ਜਿਉਂ ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਸੰਗਤ ਜੀ ਗਏ ਅਤੇ ਇਸ਼ਨਾਨ ਕਰਕੇ ਕੁਝ ਪਖਾਲਾਂ ਭੜ ਕੇ ਰੱਖ ਦਿੱਤੀਆਂ ਪਾਣੀ ਦੀਆਂ,
ਸਿੰਘ ਉੱਠੇ ਹੈ, ਉਹਨਾਂ ਦੇਖਿਆ ਕਿ ਬਾਬਾ ਜੀ ਦਾ ਕਛਹਿਰਾ ਗਿੱਲਾ ਪਿਆ ਹੋਇਆ ਤੇ ਇਹ ਇਸ਼ਨਾਨ ਕਿੱਥੋਂ ਕਰ ਆਏ। ਪੁੱਛਿਆ ਬਾਬਾ ਜੀ ਪਾਣੀ ਕਿੱਥੇ ਹੈ। ਦੱਸਿਆ ਕਿ ਇੱਥੇ ਨਾਲ ਹੀ ਛਪੜੀ ਜੀ ਹੈ, ਉੱਥੇ ਪਾਣੀ ਵਾਧੂ ਹੈ, ਜਾਓ ਇਸ਼ਨਾਨ ਕਰੋ। ਗੋਰਿਆਂ ਨੂੰ ਦੱਸਿਆ, ਉਹ ਕਹਿੰਦੇ ਨਹੀਂ, ਅਸੀਂ ਸਾਰਾ ਰਾਤੀ ਆ ਕਰਕੇ ਤੇ ਦੇਖਿਆ ਪਰਖਿਆ, ਕਿਤੇ ਪਾਣੀ ਨਹੀਂ ਸੀ ਇੱਥੇ, ਇਹ ਪਾਣੀ ਕਿੱਥੋਂ ਆਇਆ ਹੈ। ਫਿਰ ਦੱਸਿਆ ਜੀ ਸਾਨੂੰ ਤਾਂ ਐਂ ਲੱਗਦਾ ਵੀ ਇਹ ਬਾਬਾ ਜੀ ਨੇ ਪ੍ਰਗਟ ਕੀਤਾ ਹੈ ਇੱਥੋਂ। ਕਹਿਣ ਲੱਗੇ ਵੀ ਧੰਨ ਹੈ ਭਈ ਇਹ ਗੁਰੂ ਕੇ ਸਿੱਖ ਇਹੋ ਜਿਹੇ। ਸੁਣਿਆ ਸੀ ਕਿ ਇਹਨਾਂ ਦੇ ਗੁਰੂ ਜਿਹੜੇ ਸਨ ਉਹ ਪੈਰ ਦੇ ਅੰਗੂਠੇ ਨਾਲ ਜਾਂ ਹੱਥ ਦੇ ਨਾਲ ਮਿੱਟੀ ਪੁੱਟ ਕੇ ਪਾਣੀ ਪ੍ਰਗਟ ਕਰ ਦਿੰਦੇ ਸੀ, ਪਰ ਇਹਨਾਂ ਦੇ ਸਿੱਖਾਂ ਵਿੱਚ ਵੀ ਐਸੀ ਤਾਕਤ ਹੈ ਕਿ ਇਹੋ ਜਿਹੇ ਪਥਰੀਲੇ ਇਲਾਕੇ ਵਿੱਚੋਂ ਝਰਨੇ ਪਟਾ ਦਿੱਤੇ ਨੇ। ਉਹ ਗਏ, ਜਾ ਕੇ ਦੇਖਿਆ ਤੇ ਖੁੱਲ੍ਹਾ ਪਾਣੀ, ਸਾਰੇ ਸਿੰਘਾਂ ਨੇ ਖੁੱਲ੍ਹ ਕੇ ਇਸ਼ਨਾਨ ਕੀਤਾ। ਤੋ ਇਸ ਤਰ੍ਹਾਂ ਉਹ ਵੀ ਗੱਲ ਦਾ ਇੱਥੇ ਜ਼ਿਕਰ ਬਾਬਾ ਸੁੰਦਰ ਸਿੰਘ ਜੀ ਕਰ ਰਹੇ ਨੇ ਕਿ ਜਿੱਥੇ ਪਾਣੀ ਨਹੀਂ ਹੁੰਦਾ ਸੀ ਉੱਥੇ ਪਾਣੀ ਵੀ ਪ੍ਰਗਟ ਕਰ ਦਿੰਦੇ ਸਨ, ਪਰ ਰਹਿਤ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਇਸ਼ਨਾਨ ਨੇਤੀ ਕਰਦੇ ਸਨ, ਨੇਤੀ ਇਸ਼ਨਾਨ ਕਰਦੇ ਤੇ ਗੁਰੂ ਗੁਰੂ ਧਿਆਉਂਦੇ ਸਨ। ਆਪਣੇ ਮਨ ਨੂੰ ਸੰਗਤ ਜੀ ਪਰਮਾਤਮਾ ਦੇ ਨਾਮ ਜਲ ਦੀ ਮੱਛੀ ਬਣਾਇਆ ਸੀ। ਇਹ ਬਾਬਾ ਸੁੰਦਰ ਸਿੰਘ ਜੀ ਦੇ ਬਚਨ ਹੈ ਕਿ ਜਿਵੇਂ ਮੱਛੀ ਦਾ ਜੀਵਨ ਹੈ ਪਾਣੀ, ਮੱਛੀ ਜਿਹੜੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਪਾਣੀ ਤੋਂ ਬਿਨਾਂ ਮੱਛੀ ਦਾ ਕਾਹਦਾ ਜੀਵਨ ਹੈ। ਪਾਣੀ ਤੋਂ ਬਾਹਰ ਕੱਢੀਏ ਤੇ ਮੱਛੀ ਤੜਫ ਕੇ ਮਰ ਜਾਂਦੀ ਹੈ। ਕਹਿੰਦੇ ਬਾਬਾ ਮੱਘਰ ਸਿੰਘ ਜੀ ਨੇ ਗੁਰੂ ਕੇ ਸ਼ਬਦ ਰੂਪੀ ਜਲ ਦਾ ਆਪਣੇ ਮਨ ਨੂੰ ਮੱਛ ਬਣਾ ਲਿਆ ਸੀ। ਸ਼ਬਦ ਮਾਨੋ ਜਲ ਹੈ, ਨਾਮ ਮੰਨ ਲਓ ਪਾਣੀ ਹੈ, ਤੇ ਬਾਬਾ ਮੱਘਰ ਸਿੰਘ ਜੀ ਨੇ ਆਪਣੇ ਮਨ ਨੂੰ ਮੱਛੀ ਬਣਾਇਆ ਹੋਇਆ ਸੀ। ਭਾਵ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਐਸੀ ਅਵਸਥਾ ਦੇ ਮਾਲਕ ਸਨ। ਹੁਣ ਫਿਰ ਸੰਗਤ ਜੀ ਦੂਜੇ ਪਾਸੇ ਦੱਸਦੇ ਆ ਬਾਬਾ ਸੁੰਦਰ ਸਿੰਘ ਜੀ, ਕਹਿੰਦੇ ਬਾਬਾ ਮੱਘਰ ਸਿੰਘ ਜੀ ਨੇ ਜਿਹੜੀ ਸੇਵਾ ਕੀਤੀ, ਨਿਸ਼ਕਾਮੀ ਹੋ ਕੇ ਸੇਵਾ ਕੀਤੀ ਹੈ। ਐ ਤਨ ਮਨ ਧਨ ਦੇ ਨਾਲ ਚਾਰੇ ਪਾਸੇ ਜਾ ਕੇ ਘਰ ਘਰ ਵਿੱਚ ਜਾ ਕੇ ਪ੍ਰਚਾਰ ਕੀਤਾ ਹੈ। ਇਹ ਪਿਆਰਿਓ ਦੇਖੋ, ਕਹਿੰਦੇ ਅੱਜ ਜਿਹੜੀ ਪੰਥ ਦੀ ਸੇਵਾ ਹੈ, ਬਹੁਤੀ ਸੇਵਾ ਲਾਲਚ ਤੋਂ ਬਿਨਾਂ ਕੌਣ ਕਰਦਾ ਪਿਆ ਹੈ। ਚਾਹੇ ਕੋਈ ਵੱਡੇ ਵੱਡੇ ਪੰਥ ਹਤੈਸ਼ੀ ਨੇ, ਪਰ ਉਹ ਵੀ ਲਾਲਚ ਵਿੱਚ ਹੀ ਹੈ। ਉਹ ਪਹਿਲਾਂ ਦੇਖਦੇ ਹੈ ਕਿ ਮਾਇਆ ਕਿੱਧਰੋਂ ਆਉਂਦੀ ਹੈ। ਜੇ ਕਿਧਰੋਂ ਮਾਇਆ ਆਉਂਦੀ ਹੋਵੇ ਤਾਂ ਕਹਿੰਦੇ ਪ੍ਰਚਾਰ ਕਰਨ ਚੱਲੀਏ, ਜੇ ਮਾਇਆ ਨਹੀਂ ਆਉਂਦੀ ਤਾਂ ਫਿਰ ਪ੍ਰਚਾਰ ਨਹੀਂ ਕਰਦੇ। ਇੱਕ ਸੰਗਤ ਜੀ ਸੀ ਜਥਾ, ਬੜਾ ਮਾਣਯੋਗ, ਬੜਾ ਵੱਡਾ ਨਾਮੀ ਸੀ। ਬਹੁਤ ਸਮਾਂ ਹੋਇਆ ਉਹ ਗੁਜ਼ਰ ਵੀ ਚੁੱਕੇ ਨੇ। ਆਪਾਂ ਨਾਮ ਨਹੀਂ ਉਹਨਾਂ ਦਾ ਲਵਾਂਗੇ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਸੰਗੀ ਸਾਥੀ ਵੀ ਕਈ ਹੁੰਦੇ ਹੈ, ਫਿਰ ਕਈ ਵਾਰੀ ਮਨ ਵਿੱਚ ਗਲਤ ਖਿਆਲ ਪ੍ਰਗਟ ਹੋ ਜਾਂਦੇ ਹੈ। ਅਤੇ ਨਾਮ ਕਾਫੀ ਸੀ ਉਹਨਾਂ ਦਾ, ਸਿੱਖੀ ਦੇ ਵਿੱਚ ਬਹੁਤ ਵੱਡੀਆਂ ਥਾਵਾਂ 'ਤੇ ਜਾ ਕੇ ਉਹ ਪ੍ਰਚਾਰ ਕਰਿਆ ਕਰਦੇ ਸੀ। ਕਿਸੇ ਨੇ ਉਹਨਾਂ ਨੂੰ ਸੰਗਤ ਜੀ ਫੋਨ ਕੀਤਾ ਉਹਨਾਂ ਸਮਿਆਂ ਦੇ ਵਿੱਚ ਕਿ ਜੀ ਅਸੀਂ ਸਮਾਗਮ ਕਰਨਾ ਚਾਹੁੰਦੇ ਹਾਂ ਅਤੇ ਕਿਰਪਾ ਕਰੋ ਇੱਥੇ ਦਰਸ਼ਨ ਦਿਦਾਰੇ ਦਿਓ। ਅਤੇ ਉਹ ਕਹਿਣ ਲੱਗੇ ਠੀਕ ਹੈ, ਪਰ ਕਿੰਨੀ ਕੁ ਤਰੀਕ ਹੈ, ਕਿੰਨੀ ਕੁ ਸੰਗਤ ਹੈ। ਕਹਿੰਦੇ ਜੀ ਅਸੀਂ ਤਾਂ ਗਰੀਬ ਬੰਦੇ ਹੈ, ਤੁਹਾਡਾ ਕੀਰਤਨ ਸਾਨੂੰ ਸੋਹਣਾ ਲੱਗਦਾ ਹੈ, ਥੋੜ੍ਹੇ ਬਹੁਤੇ ਅਸੀਂ ਇਕੱਠੇ ਹੋਵਾਂਗੇ, ਤੁਹਾਡੇ ਕੋਲੋਂ ਸੁਣ ਲਵਾਂਗੇ, ਗੁਰੂ ਕਾ ਜਸ ਹੋ ਜਾਏਗਾ। ਕਹਿਣ ਲੱਗੇ ਜੀ ਉਹ ਤਾਂ ਠੀਕ ਹੈ, ਪਰ ਸਾਡੇ ਕੋਲ ਸਮਾਂ ਹੈ ਨਹੀਂ, ਸਾਡਾ ਸਮਾਂ ਬੜਾ ਬਿਜੀ ਚੱਲਦਾ, ਸ਼ਡਿਊਲ ਸਾਰਾ ਬੜਾ ਬਿਜੀ ਹੈ, ਇਸ ਕਰਕੇ ਸਾਡੇ ਕੋਲ ਆਇਆ ਨਹੀਂ ਜਾਣਾ। ਫੋਨ ਕੱਟਤਾ ਜੀ। ਫਿਰ ਉਹਨਾਂ ਵਿਚਾਰ ਕੀਤੀ ਜੀ ਹੁਣ ਕੀ ਕਰੀਏ, ਵੀ ਸਾਰੀ ਸੰਗਤ ਨੂੰ ਅਸੀਂ ਕਹਿ ਦਿੱਤਾ ਕਿ ਉਹ ਫਲਾਣੇ ਜਿਹੜੇ ਨੇ ਨਾਮਵਰ ਜਥੇ ਹੈ ਉਹ ਆਉਣਗੇ, ਅਤੇ ਹੁਣ ਉਹ ਕਹਿੰਦੇ ਅਸੀਂ ਆਉਣਾ ਨਹੀਂ। ਕਹਿੰਦੇ ਆਉਣਾ ਕਿਵੇਂ ਨਹੀਂ ਹੈ, ਮਾਇਆ ਦੇ ਵਿੱਚ ਬੜੀ ਤਾਕਤ ਹੈ, ਥੋੜ੍ਹੀ ਜਿਹੀ ਮਾਇਆ ਦਾ ਦਿਖਾਓ ਸਾਂ ਜਲਵਾ। ਫਿਰ ਕੀ ਕਹਿੰਦੇ ਨੇ, ਕਹਿੰਦੇ ਠੀਕ ਹੈ। ਦੁਬਾਰਾ ਫੋਨ ਲਾਇਆ, ਕਹਿਣ ਲੱਗੇ ਜੀ ਸੰਗਤ ਤਾਂ ਚਾਹੇ ਨਾ ਆਵੇ ਜੀ, ਪਰ ਇਹ ਹੈ ਵੀ ਤੁਹਾਨੂੰ ਖੁੱਲ੍ਹੀ ਮਾਇਆ 11,000 ਰੁਪਈਆ ਦੇ ਦੇਵਾਂਗੇ। 2,000 ਸਨ ਤੋਂ ਪਹਿਲਾਂ ਦੀਆਂ ਪੁਰਾਣੀਆਂ ਗੱਲਾਂ ਨੇ, ਅਤੇ ਉਹਨਾਂ ਸਮਾਂ 'ਚ 11,000 ਕੀ ਮਾਇਨੇ ਰੱਖਦਾ ਸੀ ਆਪਾਂ ਜਾਣਦੇ ਹੀ ਹੈ। ਅਤੇ ਉਹ ਜਦੋਂ ਸੁਣਿਆ ਕਿ 11,000 ਰੁਪਈਆ ਸੰਗਤ ਦੇਵੇ, ਉਹ ਕਹਿਣ ਲੱਗੇ ਚਲੋ ਠੀਕ ਹੈ, ਜੇ ਸੰਗਤ ਇੰਨਾ ਪਿਆਰ ਕਰਦੀ ਹੈ ਤਾਂ ਫਿਰ ਜ਼ਰੂਰ ਅਸੀਂ ਆਵਾਂਗੇ। ਉਹ ਇਹਦਾ ਮਾਇਆ ਦੇ ਸੰਗਤ ਜੀ ਹਨ ਪ੍ਰਚਾਰਕ ਵੀ ਅੱਜ ਕੱਲ੍ਹ ਦੇ, ਜਿੱਥੇ ਮਾਇਆ ਮਿਲਦੀ ਹੈ ਨਾ ਉੱਥੇ ਦੌੜ ਕੇ ਜਾਂਦੇ ਨੇ ਕਿ ਜਾ ਕੇ ਅਤੇ ਚਲੋ ਉੱਥੇ ਪ੍ਰਸਾਰ ਕਰ ਆਉਂਦੇ ਹਾਂ। ਇਹ ਵੀ ਨਹੀਂ ਦੇਖਣਾ ਕਿ ਉੱਥੇ ਗੁਰਮਤਿ ਦੀ ਉਹ ਗੱਲ ਹੋ ਰਹੀ ਹੈ ਕਿ ਜਾਂ ਕੁਝ ਹੋਰ ਹੋ ਰਹੀ ਹੈ, ਜਾ ਕੇ ਬਹਿ ਜਾਂਦੇ।
ਤਾਂ ਬਾਬਾ ਸੁੰਦਰ ਸਿੰਘ ਜੀ ਕਹਿੰਦੇ ਕਿ ਬਾਬਾ ਮੱਘਰ ਸਿੰਘ ਸਾਹਿਬ ਜੀ ਐਸੇ ਹੈ ਜਿਨ੍ਹਾਂ ਨੇ ਨਿਸ਼ਕਾਮੀ ਹੋ ਕੇ ਪ੍ਰਚਾਰ ਪ੍ਰਸਾਰ ਕੀਤਾ ਸੀ। ਕੋਈ ਜੇ ਪੈਸਾ ਧੇਲਾ ਦੇ ਦਿੰਦਾ ਸੀ ਤੇ ਉਹ ਸਾਰਾ ਜਥੇ ਵਿੱਚ ਜਾਂ ਸਿੰਘਾਂ ਦੇ ਵਿੱਚ ਜਾਂ ਪੰਥ ਦੀ ਸੇਵਾ 'ਚ ਹੀ ਲਾ ਦਿੰਦੇ ਸਨ ਜਾਂ ਗੁਰੂ ਘਰ ਹੀ ਬਣਾ ਦਿੰਦੇ ਸਨ। ਪਰ ਕਹਿੰਦੇ ਅੱਜ ਦੇਖ ਲਓ, ਕਹਿੰਦੇ ਗੁਰੂ ਘਰ ਦੀ ਜਿਹੜੀ ਨਿਸ਼ਕਾਮ ਦੀ ਸੇਵਾ ਹੈ, ਕੋਈ ਨਹੀਂ ਇਹੋ ਜਿਹਾ ਜਿਹੜਾ ਇੱਦਾਂ ਕਰਦਾ ਹੋਵੇ ਲਾਲਚ ਤੋਂ ਬਿਨਾਂ। ਵੱਡੇ ਵੱਡੇ ਜਿਹੜੇ ਪ੍ਰਚਾਰਕ ਲੋਕ ਨੌਕਰੀਆਂ ਲੈ ਲੈ ਕਰਕੇ ਪ੍ਰਚਾਰ ਕਰਦੇ ਐ, ਫਿਰ ਉਹਨਾਂ ਦਾ ਪ੍ਰਚਾਰ ਵੀ ਉਹੋ ਜਿਹਾ ਜਿਹਦੇ ਕਰਕੇ ਬਹੁਤੇ ਲੋਕ ਉਹਨਾਂ ਨਾਲ ਪ੍ਰੇਮ ਵੀ ਨਹੀਂ ਕਰਦੇ। ਇੱਕ ਤਾਂ ਕਾਰਨ ਇਹ ਹੈ ਕਿ ਜਿਹੜੇ ਉਹੋ ਜਿਹੇ ਪ੍ਰਚਾਰਕ ਹੈ ਉਹ ਆਪ ਕੋਈ ਨਹੀਂ ਕਮਾਈ ਕਰਦੇ, ਕਦੀ ਨਿਤਨੇਮ ਤਾਂ ਕੀਤਾ ਨਹੀਂ, ਨਾ ਕਦੀ ਬਾਣੀ ਪੜ੍ਹੀ ਹੈ ਤੇ ਨਾ ਕਦੇ ਸੰਗਤ ਜੀ ਕਦੇ ਵਾਹਿਗੁਰੂ ਸਿਮਰਨ ਦਾ ਅਭਿਆਸ ਹੀ ਕੀਤਾ ਹੈ। ਹਾਂ, ਫਿਰ ਜਦੋਂ ਪ੍ਰਚਾਰ ਕਰਦੇ ਆ ਨਾ ਤੇ ਲੋਕਾਂ ਦੇ ਵਿੱਚ ਬੜਾ ਦੋਸ਼ ਕਹਿ ਕੇ ਕਹਿੰਦੇ ਹੈ ਤੁਸੀਂ ਐ ਕੀਤਾ, ਤੁਸੀਂ ਐ ਹੋ ਗਏ, ਤੁਹਾਡਾ ਰਹੇ ਕੱਖ ਨਾ। ਇਹੋ ਜਿਹੇ ਵੀ ਪ੍ਰਚਾਰਕ ਕਈ ਕਥਾ ਕਰਦੇ ਸੁਣਦੇ ਹੀ ਹੈ ਨਾ, ਅੱਜ ਕੱਲ੍ਹ ਤਾਂ ਬਹੁਤੇ ਹੋਏ ਪਏ ਨੇ ਹੋ ਜਾਏ। ਤੋ ਇੱਦਾਂ ਉਹ ਗੱਲਾਂ ਬਾਤਾਂ ਕਹਿੰਦੇ ਕਰਦੇ, ਫਿਰ ਲੋਕਾਂ 'ਚ ਦੋਸ਼ ਕਹਿੰਦੇ ਹੈ ਕਿ ਤੁਹਾਡੇ ਵਿੱਚ ਹੀ ਦੋਸ਼ ਹੈ। ਹਾਂ, ਕਹਿੰਦੇ ਕੁਝ ਪ੍ਰਚਾਰਕ ਇਹੋ ਜਿਹੇ ਵੀ ਜਿਹੜੇ ਮਾਸ ਸ਼ਰਾਬਾਂ ਖਾਣ ਤੋਂ ਵੀ ਸੰਕੋਚ ਨਹੀਂ ਕਰਦੇ। ਨਾਲੇ ਤਾਂ ਇੱਕ ਥਾਂ 'ਤੇ ਪ੍ਰਚਾਰ ਕਰਕੇ ਆਉਂਦੇ ਹੈ ਵੀ ਭਾਈ ਸ਼ਰਾਬ ਬੜੀ ਹਾਨੀਕਾਰਕ ਹੈ, ਮਾਸ ਨਹੀਂ ਖਾਣਾ ਚਾਹੀਦਾ, ਦੂਜੇ ਪਾਸੇ ਲਿਆ ਕੇ ਕਹਿੰਦੇ ਬੋਤਲਾਂ ਖੋਲ੍ਹ ਕੇ ਬਹਿ ਜਾਂਦੇ ਨੇ। ਹੁਣੇ ਸੰਗਤ ਜੀ ਥੋੜ੍ਹੇ ਸਮੇਂ ਦੇ ਵਿੱਚ ਦੇਖਿਆ ਹੀ ਹੈ ਨਾ, ਜੈਤੋਂ ਵਾਲੇ ਪਾਸੇ ਗੁਰੂ ਘਰ ਦੇ ਖੂਹ ਦੇ ਵਿੱਚੋਂ ਹੀ ਉਹ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ। ਤੋ ਪ੍ਰਚਾਰਕ ਸਨ ਉਹ ਸਿੱਖ ਕੌਮ ਦੇ ਜਿਹੜੇ ਇਹੋ ਜਿਹਾ ਕੰਮ ਕਰਦੇ ਸੀ। ਰੋ ਵਿਚਾਰ ਕਹਿੰਦੇ ਇਹੋ ਜਿਹੇ ਪ੍ਰਚਾਰਕ ਹੈ ਤੇ ਉਹਨਾਂ ਦਾ ਫਿਰ ਅਸਰ ਕੀ ਹੋਏਗਾ। ਚੋਰ ਨੇ ਸ਼ਰਾਬ ਪੀ ਪੀ ਕੇ ਰੱਜਦੇ ਨੇ ਤੇ ਬੁੱਧ ਤਾਂ ਕਿੱਥੋਂ ਉਹਨਾਂ ਦੀ ਕੁਝ ਪ੍ਰਾਪਤ ਹੋਣੀ ਸੀ। ਕਈ ਤਾਂ ਪਰ ਇਸਤਰੀਆਂ ਦੇ ਨਾਲ ਜਾ ਕੇ ਵੀ ਵਿਭਚਾਰ ਕਰਦੇ ਰਹੇ, ਸਰਸੇ ਵਾਲੇ ਬਣਦੇ ਸਨ। ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਕਹਿੰਦੇ ਹੈ ਮਹਾਂਪੁਰਖਾਂ ਦੇ ਦੁਸ਼ਹਿਰੇ ਤੱਕ ਕੋਈ ਟਾਵਾਂ ਭਾਗਾਂ ਵਾਲਾ ਹੀ ਹੈ ਭਾਈ ਜਿਹੜਾ ਪ੍ਰਚਾਰਕ ਬਚਿਆ ਹੋਵੇ ਮਾਇਆ ਦੇ ਜ਼ੋਰ ਤੋਂ। ਕੋਈ ਜੜ ਮਾਇਆ ਤੇ ਕੋਈ ਚੇਤਨ ਮਾਇਆ ਦੀ ਲਪੇਟ ਵਿੱਚ ਆਇਆ ਹੋਇਆ ਹੈ। ਨਾਮ ਦੇ ਅਭਿਆਸੀ ਤਾਂ ਉੱਕਾ ਹੀ ਨਹੀਂ ਹੈ, ਨਾਮ ਦਾ ਤਾਂ ਪਤਾ ਨਹੀਂ ਕਿ ਨਾਮ ਵੀ ਜਪਣਾ ਹੁੰਦਾ ਹੈ। ਤੇ ਗੁਰਬਾਣੀ ਦੇ ਵਿੱਚ ਚਿੱਤ ਤਾਂ ਜੋੜਦੇ ਨਹੀਂ। ਉਹ ਤਾਂ ਐਂ ਹਾਲਤ ਬਣੀ ਪਈ, ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੈ। ਲੋਕਾਂ ਨੂੰ ਕਹਿਣਾ ਕਿ ਆਹ ਪਾਠ ਕਰੋ, ਇੱਦਾਂ ਕਰੋ, ਇੱਦਾਂ ਕਰੋ, ਤੇ ਆਪ ਕਦੀ ਗੁਰਬਾਣੀ ਪੜ੍ਹਨੀ ਹੀ ਨਹੀਂ। ਇਹੋ ਜਿਹੀ ਹਾਲਤ ਹੋਈ ਪ੍ਰਚਾਰਕਾਂ ਦੀ ਕਿ ਉਹਨਾਂ ਨੂੰ ਰਹਿਤ ਰੱਖਣੀ ਬੰਧਨ ਲੱਗਦਾ ਹੈ। ਬੰਧਨ ਦੇਖਦੇ ਤੇ ਇੱਕ ਬੰਧਨ ਹੈ। ਅੱਜ ਕੱਲ੍ਹ ਦੇ ਪ੍ਰਚਾਰਕ ਕਹਿਣ ਹੀ ਲੱਗ ਪਏ ਨੇ ਨਾ ਵੀ ਇਹ ਕਾਹਦਾ ਜੀ, ਇਹ ਤਾਂ ਪਖੰਡ ਹੈ ਜੀ, ਇਹ ਨਹੀਂ ਗੁਰੂ ਘਰ ਦੇ ਵਿੱਚ ਰੱਖਣਾ ਚਾਹੀਦਾ, ਇਤਿਆਦਿਕ ਲੋਕਾਂ ਕਰਦੇ ਨੇ। ਤੇ ਮਹਾਰਾਜ ਜੀ ਮਹਾਂਪੁਰਖ ਤੇ ਕਹਿ ਰਹੇ ਕਿ ਭਾਈ ਗੁਰੂ ਘਰ ਦੀ ਜਿਹੜੀ ਰਹਿਤ ਬੈਤ ਹੈ ਉਹ ਤਾਂ ਇਹਨਾਂ ਲੋਕਾਂ ਨੂੰ ਬੰਧਨ ਹੀ ਲੱਗਣ ਲੱਗ ਪਈ ਹੈ। ਮਨ ਦੀ ਕੈਦ ਦੇ ਵਿੱਚ ਹੀ ਸੰਗਤ ਜੀ ਸਦਾ ਹੀ ਰਹਿੰਦੇ ਹਨ। ਤੇ ਇਹੋ ਜਿਹੇ ਪ੍ਰਚਾਰਕਾਂ ਤੋਂ ਦੱਸੋ ਲੋਕਾਂ ਦਾ ਭਲਾ ਕਿਵੇਂ ਹੋਵੇ। ਗੱਲਾਂ ਦੇ ਨਾਲ ਹੀ ਸੰਗਤ ਜੀ ਆਕਾਸ਼ ਨੂੰ ਵੀ ਥੱਲੇ ਲਾ ਲੈਂਦੇ ਆ। ਬਾਤਨ ਹੀ ਬੈਕੁੰਠ ਲਾਵੇ, ਬਾਤਾਂ ਦੇ ਨਾਲ ਹੀ ਸੰਗਤ ਜੀ ਸਵਰਗਾਂ 'ਚ ਪਹੁੰਚ ਜਾਂਦੇ, ਗੱਲਾਂ ਬਾਤਾਂ ਨਾਲ ਹੀ। ਉਹ ਕਹਿੰਦੇ ਨੇ ਮੈਂ ਗੱਲਾਂ ਨਾਲ ਤਾਂ ਅਸਮਾਨ ਨੂੰ ਵੀ ਟਾਕੀਆਂ ਲਾ ਆਉਂਦੇ ਨੇ। ਇਹੋ ਜਿਹੇ ਪ੍ਰਚਾਰਕ ਪ੍ਰਚਾਰ ਕਰਦੇ ਐ। ਫੇਰ ਸੰਗਤ ਜੀ ਬਾਬਾ ਸੁੰਦਰ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਮੱਘਰ ਸਿੰਘ ਸਾਹਿਬ ਆਪ ਚਲੇ ਗਏ ਹੋ ਦੁਨੀਆ ਤੋਂ, ਤੁਹਾਡੀ ਅਜੇ ਸਿੱਖ ਪੰਥ ਦੇ ਵਿੱਚ ਬਹੁਤ ਜ਼ਿਆਦਾ ਲੋੜ ਸੀ। ਪਰ ਵਸ ਕੀ ਹੈ, ਆਪ ਪ੍ਰਲੋਕ ਚਲੇ ਗਏ ਹੋ। ਰੱਬ ਨੂੰ ਵੀ ਇਸੇ ਤਰ੍ਹਾਂ ਹੀ ਸ਼ਾਇਦ ਚਾਹੁੰਦਾ ਸੀ ਰੱਬ ਵੀ। ਕਰਤਾਰ ਪਰਮੇਸ਼ਰ ਜੋ ਕਰਦਾ ਹੈ ਭਲਾ ਹੀ ਕਰਦਾ ਹੈ, ਅਤੇ ਉਹਦਾ ਜਿਹੜਾ ਭਾਣਾ ਹੈ ਉਹ ਅਮੋੜ ਹੈ, ਕਿਸੇ ਕੋਲੋਂ ਮੋੜਿਆ ਨਹੀਂ ਜਾ ਸਕਦਾ। ਬਾਬਾ ਗੁਰਬਚਨ ਸਿੰਘ ਸਾਹਿਬ ਜੀ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਬਾਬਾ ਮੱਘਰ ਸਿੰਘ ਜੀ ਦੇ ਭੋਗ 'ਤੇ ਇਹ ਬਖਿਆਨ ਕੀਤਾ ਸੀ, ਕਥਾ ਕੀਤੀ ਸੀ। ਉਦੋਂ ਬਾਅਦ ਉੱਥੇ ਹੋਰ ਕੀ ਕੁਝ ਹੋਇਆ ਸੀ ਉਹ ਵੀ 2-4 ਸਤਰਾਂ 'ਚ ਸੁਣੋ।
ਲੰਗਰ ਪ੍ਰਸ਼ਾਦ ਕਹਿੰਦੇ ਬਾਬਾ ਸੁੰਦਰ ਸਿੰਘ ਜੀ ਨੇ ਤਿਆਰ ਕਰਵਾਏ ਸੀ, ਖੀਰ ਆਦਿਕ ਬਣਾਏ ਸਨ। ਅੰਗਦ ਮੇ ਤਨ ਵਰਤਾਏ ਬੜੀਆਂ ਪੰਗਤਾਂ ਲੱਗ ਗਈਆਂ ਤੇ ਉਹਨਾਂ ਵਿੱਚ ਵਰਤਾ ਦਿੱਤਾ। ਭਾਜੀ ਅਨੰਤ ਭਾਂਤ ਕੀ ਵਰਤੀ ਬਹੁਤ ਹੀ ਸੰਗਤ ਜੀ ਸਬਜ਼ੀ ਭਾਜੀ ਅਨੇਕਾਂ ਤਰ੍ਹਾਂ ਦੀ ਵਰਤੀ। ਲੋਕ ਮਨ ਭਾਵਤ ਮਿਲਤੀ ਹਾਂ, ਲੋਕ ਰੱਜ ਗਏ, ਜੋ ਮਨ ਭਾਉਂਦਾ ਸੀ ਉਹ ਸਭਨਾਂ ਨੂੰ ਮਿਲਿਆ। ਅਖੰਡ ਪਾਠ ਕਰਵਾਏ ਉੱਥੇ ਬਾਬਾ ਮੱਘਰ ਸਿੰਘ ਜੀ ਦੇ ਦੁਸ਼ਹਿਰੇ ਦੇ ਸੰਬੰਧ ਵਿੱਚ ਕਈ ਅਖੰਡ ਪਾਠ ਸਾਹਿਬ ਕਰਵਾਏ ਸਨ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ। ਕਥਾ ਕੀ ਧੁਨ ਬਹੁਲਾਰੇ ਬਹੁਤ ਕੀਰਤਨ ਤੇ ਕਥਾ ਦੀ ਧੁਨੀ ਲਾ ਛੱਡੀ। ਦਸਤਾਰ ਸੋਭਤੀ ਸੀਸਾ ਹਾਂ, ਕਹਿੰਦੇ ਕਿ ਬਾਬਾ ਸੁੰਦਰ ਸਿੰਘ ਜੀ ਦੇ ਸੀਸ ਉੱਤੇ ਬਰਾਗ ਦੇ ਵਿੱਚ ਕਾਲੀ ਦਸਤਾਰ ਸੋਭਦੀ ਸੀ। ਕਾਲੀ ਪੱਗ ਮਹਾਂਪੁਰਖ ਸਿਰ ਤੇ ਸਜਾ ਕੇ ਰੱਖਦੇ। ਸੁੰਦਰ ਸਿੰਘ ਮਨ ਕੋ ਪੀਸਾ ਸੰਤ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ 'ਚ ਕੀਤਾ ਹੋਇਆ ਸੀ। ਅਖੰਡ ਪ੍ਰਕਾਸ਼ ਗੁਰ ਧਾਮਾ ਏਦਾਂ ਸੰਗਤ ਜੀ ਉੱਥੇ ਟਾਹਲੀ ਆਣੇ ਬਾਬਾ ਮੱਘਰ ਸਿੰਘ ਸਾਹਿਬ ਜੀ ਦੇ ਭੋਗ ਦੀ ਸਮਾਪਤੀ ਕਰਕੇ ਤੇ ਫਿਰ ਸ੍ਰੀ ਅਖੰਡ ਪ੍ਰਕਾਸ਼ ਗੁਰਦੁਆਰਾ ਭਿੰਡਰਾਂ ਕਲਾਂ ਉੱਥੇ ਵਾਪਸ ਆ ਗਏ ਸਨ। ਮਨ ਰੰਗ ਨਾਮ ਬ੍ਰਹਮਾ ਤੇ ਉੱਥੇ ਹੀ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਹੀ ਰੰਗੇ ਹੋਏ ਰਹੇ ਐ। ਕਥਾ ਹੋਵੇ ਧਰ ਭਾਉ ਰਾਤ ਦਿਨੇ ਕਥਾ ਹੁੰਦੀ ਬੜਾ ਪ੍ਰੇਮ ਧਾਰਦੇ। ਹੋਵੇ ਵਕਤ ਕਰਤ ਚਿਤ ਜਾਓ ਏਦਾਂ ਦੋਨੇ ਵਕਤੀ ਬਾਬਾ ਸੁੰਦਰ ਸਿੰਘ ਜੀ ਫਿਰ ਉੱਥੇ ਰਹੇ ਐ। ਇੰਨਾ ਕੁ ਜ਼ਿਕਰ ਸੰਗਤ ਜੀ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਨੇ ਬਾਬਾ ਸੁੰਦਰ ਸਿੰਘ ਜੀ ਦੇ ਜੀਵਨ ਦੇ ਵਿੱਚ ਬਾਬਾ ਮੱਘਰ ਸਿੰਘ ਜੀ ਦੀ ਜੀਵਨ ਕਥਾ ਲਿਖੀ ਹੈ। ਇਹਦੋਂ ਪਿੱਛੇ ਵੀ ਗ੍ਰੰਥ ਵਿੱਚ ਬਹੁਤ ਥਾਂ ਤੇ ਬੜੇ ਖੁੱਲ੍ਹੇ ਵਿਸਥਾਰ ਦੇ ਨਾਲ ਸੰਗਤ ਜੀ ਮਹਾਂਪੁਰਖਾਂ ਦਾ ਜੀਵਨ ਬਾਬਾ ਗੁਰਬਚਨ ਸਿੰਘ ਜੀ ਨੇ ਵਾਰ-ਵਾਰ ਲਿਖਿਆ ਹੋਇਆ ਹੈ। ਬੜੀਆਂ ਵੱਡੀਆਂ ਵਡਮੁੱਲੀਆਂ ਬਾਤਾਂ ਨੇ ਜੋ ਮਹਾਂਪੁਰਖਾਂ ਦੇ ਜੀਵਨ ਦੇ ਜਿਹੜੇ ਕੁਝ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵਿੱਚ ਵੀ ਨਹੀਂ ਮਿਲੀਆਂ ਜੋ ਇਹਦੇ ਵਿੱਚ ਹਨ। ਉਹਨਾਂ ਦੱਸਿਆ ਕਿ ਭਿੰਡਰਾਂ ਜਿੱਥੇ ਆਪਾਂ ਜਾਂਦੇ ਹਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ, ਉਦੋਂ ਪਰਲੇ ਪਾਸੇ ਸੰਗਤ ਜੀ 9 ਕੁਟੀਆਂ ਬਣੀਆਂ ਹੋਈਆਂ ਨੇ। ਉਹਨਾਂ ਕੁਟੀਆਂ ਦਾ ਨੀਂਹ ਪੱਥਰ ਸੰਤ ਬਾਬਾ ਮੱਘਰ ਸਿੰਘ ਜੀ ਦੇ ਹੱਥੋਂ ਰਖਾਇਆ। ਫਿਰ ਜਿਹੜਾ ਭਿੰਡਰਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਗੁਰਦੁਆਰੇ ਦਾ ਨੀਂਹ ਪੱਥਰ ਵੀ ਬਾਬਾ ਮੱਘਰ ਸਿੰਘ ਜੀ ਦੇ ਕੋਲੋਂ ਬਾਬਾ ਸੁੰਦਰ ਸਿੰਘ ਜੀ ਨੇ ਰਖਵਾਇਆ ਸੀ। ਫਿਰ ਭਿੰਡਰਾਂ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਬਣਿਆ ਤੇ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ, ਉਹ ਅਖੰਡ ਪਾਠ ਸਾਹਿਬ ਵਿੱਚ ਬਾਬਾ ਮੱਘਰ ਸਿੰਘ ਜੀ ਆਪ ਤੇ ਬਾਬਾ ਜੀ ਦੇ ਜਿਹੜੇ ਗੜਵਈ ਸਿੰਘ ਸੀ ਬਾਬਾ ਨੰਦ ਸਿੰਘ ਜੀ ਉਹ ਵੀ ਲੱਗੇ ਸਨ। ਤੇ ਬਾਬਾ ਮੱਘਰ ਸਿੰਘ ਜੀ ਐ ਸੁੱਧ ਪਾਠ ਕਰਦੇ ਸੀ, ਅੱਖਰ ਲਗ ਮਾਤਰਾ ਦਾ ਵੀ ਧਿਆਨ ਰੱਖਦੇ ਹੁੰਦੇ ਸੀ। ਇਹੋ ਜਿਹੇ ਸੁੱਧ ਪਾਠੀ ਸਨ ਬਾਬਾ ਮੱਘਰ ਸਿੰਘ ਜੀ ਆਪ। ਐਸੀ ਸੰਗਤ ਜੀ ਮਹਾਨ ਸ਼ਖਸੀਅਤ ਜੋ ਕਿ ਸੰਸਾਰ ਦੇ ਵਿੱਚੋਂ ਸਦਾ ਵਾਸਤੇ ਸਰੀਰ ਕਰਕੇ ਰੁਖਸਤ ਹੋ ਗਈ ਸੀ। ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਅਖਬਾਰਾਂ ਛਪਦੀਆਂ ਸਨ ਉਹਨਾਂ ਅਖਬਾਰਾਂ ਵਿੱਚ ਵੀ ਖਬਰ ਗਈ ਹੋਈ ਸੀ ਕਿ ਸਿੱਖ ਪੰਥ ਦਾ ਅਮੋਲਕ ਹੀਰਾ ਅੱਜ ਸਦਾ ਦੇ ਵਾਸਤੇ ਅਲੋਪ ਹੋ ਗਿਆ। ਇੱਕ ਅਖਬਾਰ ਵਿੱਚ ਇਹ ਵੀ ਖਬਰ ਲੱਗੀ ਕਿ ਸਿੱਖ ਕੌਮ ਦਾ ਚਮਕਦਾ ਹੋਇਆ ਸਿਤਾਰਾ ਅੱਜ ਸਦਾ ਵਾਸਤੇ ਛਿਪ ਗਿਆ ਹੈ। ਇਹ ਖਬਰਾਂ ਦੀਆਂ ਹੈਡਲਾਈਨਾਂ ਸੰਗਤ ਜੀ ਬਣੀਆਂ ਉਸ ਸਮੇਂ। ਐਸੇ ਮਹਾਨ ਸੰਤ ਮਹਾਂਪੁਰਖ ਜਿਨ੍ਹਾਂ ਨੇ ਸੰਗਤ ਜੀ ਆਪਣਾ ਜੀਵਨ ਸਾਰਾ ਹੀ ਸਿੱਖੀ ਕੌਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਲਾ ਦਿੱਤਾ ਸੀ। ਤੇ ਪ੍ਰਚਾਰ ਪ੍ਰਸਾਰ ਕਰਦਿਆਂ ਸੰਗਤ ਜੀ ਇੱਥੋਂ ਸੰਸਾਰ ਦੇ ਵਿੱਚੋਂ ਆਪਣਾ ਕੂਚ ਕਰ ਗਏ।